ਮੇਰੀ ਆਵਾਜ਼ ਨੂੰ ਸੁਣਨ ਵਾਲੇ ਸਾਰੇ ਮਸੀਹ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹ ਦੀ। ਹਰ ਰੋਜ਼ ਦੇ ਇਸ ਡੇਲੀ ਡਿਵੋਸ਼ਨ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਿਚਾਰ ਦੇ ਲਈ ਅਸੀਂ ਪੜਾਂਗੇ ਵਿਵਸਥਾ ਸਾਰ ਦੀ ਕਿਤਾਬ, ਉਹਦੀ ਪਹਿਲੀ ਅਧਿਆਇ, ਉਹਦਾ 3ਵਾਂ ਵਚਨ। ਵਿਵਸਥਾ ਸਾਰ ਦੀ ਕਿਤਾਬ ਪਹਿਲੀ ਅਧਿਆਇ, ਉਹਦਾ ਵਰਸ 30। ਇੱਥੇ ਪਰਮੇਸ਼ਰ ਦੀ ਬਾਣੀ ਇਸ ਪ੍ਰਕਾਰ ਕਹਿੰਦੀ ਹੈ, ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ, ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਵਿੱਚ ਕੀਤਾ। ਇੱਕ ਹੋਰ ਵਾਰ, ਯਹੋਵਾ ਤੁਹਾਡਾ ਪਰਮੇਸ਼ਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ, ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਿਸਰ ਦੇ ਵਿੱਚ ਕੀਤਾ। ਇਹ ਕਿਤਾਬ ਪਰਮੇਸ਼ਰ ਦੇ ਦਾਸ ਮੂਸਾ ਦੇ ਦੁਆਰਾ ਲਿਖੀ ਗਈ ਹੈ ਤੇ ਮੂਸਾ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਮੂਸਾ ਇੱਕ ਬਹੁਤ ਹੀ ਵੱਡਾ ਪਰਮੇਸ਼ਰ ਦਾ ਦਾਸ ਸੀਗਾ ਅਤੇ ਇਸਰਾਇਲ ਲੋਕਾਂ ਨੂੰ ਮਿਸਰ ਦੇਸ਼ ਦੇ ਵਿੱਚੋਂ ਛੁਡਾਉਣ ਵਾਲਾ ਇੱਕ ਵਿਅਕਤੀ ਸੀ ਮੂਸਾ, ਜਿਸ ਨੂੰ ਪਰਮੇਸ਼ਰ ਨੇ ਬੜੇ ਹੀ ਅਨੋਖੇ ਤਰੀਕੇ ਦੇ ਨਾਲ ਚੁਣਿਆ ਅਤੇ ਪਰਮੇਸ਼ਰ ਨੇ ਮੂਸਾ ਦਾ ਇਸਤੇਮਾਲ ਕੀਤਾ ਅਤੇ 40 ਸਾਲ ਮੂਸਾ ਨੂੰ ਲੱਗੇ ਇਸਰਾਇਲ ਲੋਕਾਂ ਨੂੰ ਲੈ ਕੇ ਮਿਸਰ ਦੇਸ਼ ਤੋਂ ਲੈ ਕੇ ਯਰਦਾਨ ਦੇ ਕੰਢੇ ਤੱਕ ਪਹੁੰਚਣ ਦੇ ਲਈ। ਹੁਣ ਉਹ ਯਰਦਾਨ ਦੇ ਨਦੀ ਦੇ ਕੋਲ ਖੜੇ ਨੇ ਅਤੇ ਬਾਉਂਡਰੀ ਪਾਰ ਕਰਕੇ ਉਹ ਆਪਣੇ ਪ੍ਰੋਮਿਸਡ ਲੈਂਡ ਦੇ ਵਿੱਚ ਜਾਂ ਫਿਰ ਵਾਅਦੇ ਵਾਲੇ ਦੇਸ਼ ਦੇ ਵਿੱਚ ਪਹੁੰਚਣ ਵਾਲੇ ਨੇ। ਲੇਕਿਨ ਪਰਮੇਸ਼ਰ ਮੂਸਾ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਤੂੰ ਪਹਾੜ ਤੇ ਚੜ੍ਹ ਅਤੇ ਉਹ ਪ੍ਰੋਮਿਸਡ ਲੈਂਡ ਦੇ ਵੱਲ ਆਪਣੀਆਂ ਅੱਖਾਂ ਨੂੰ ਉਠਾ ਕੇ ਵੇਖ, ਕਿਉਂਕਿ ਤੂੰ ਇਸ ਬਾਉਂਡਰੀ ਨੂੰ ਕ੍ਰੋਸ ਨਹੀਂ ਕਰ ਸਕਦਾ, ਤੂੰ ਯਰਦਾਨ ਨੂੰ ਕ੍ਰੋਸ ਨਹੀਂ ਕਰ ਸਕਦਾ, ਤੂੰ ਵੀ ਆਪਣੇ ਪੁਰਖਿਆਂ ਦੇ ਵਾਂਗ ਮਿੱਟੀ ਦੇ ਵਿੱਚ ਮਿਲ ਜਾਵੇਗਾ। ਤਦ ਮੂਸਾ ਨੇ ਦੇਖਿਆ ਅਤੇ ਆਖਰ ਦੇ ਵਿੱਚ ਉਸਨੇ ਆਪਣੇ ਗੱਲਾਂ ਨੂੰ ਇਸ ਕਿਤਾਬ ਦੇ ਵਿੱਚ ਰਿਕਾਰਡ ਕਰਕੇ ਅਤੇ ਉਸਨੇ ਇਸਰਾਇਲ ਦੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਪਰਮੇਸ਼ਰ ਯਹੋਵਾ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਕਹਿ ਰਿਹਾ ਹੈ ਕਿ ਹੋ ਸਕਦਾ ਹੈ ਸ਼ਾਇਦ ਤੁਹਾਡੇ ਵਿੱਚ ਕਈ ਲੋਕ ਸੋਚਣ ਕਿ ਮੈਂ ਕਿੱਥੇ ਜਾ ਰਿਹਾ ਹਾਂ, ਮੈਂ ਤੁਹਾਡੇ ਨਾਲ ਨਹੀਂ ਹਾਂ, ਤੁਹਾਨੂੰ ਵਿਚਾਲੇ ਛੱਡ ਦਿੱਤਾ ਹਾਂ। ਉਹ ਕਹਿੰਦਾ ਹੈ ਤੁਹਾਨੂੰ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਮੇਰਾ ਸਫ਼ਰ ਇੱਥੇ ਤੱਕ ਸੀ। ਪਰਮੇਸ਼ਰ ਨੇ ਕੇਵਲ ਮੈਨੂੰ ਇਸਤੇਮਾਲ ਕੀਤਾ ਹੈ, ਲੇਕਿਨ ਮਿਸਰ ਦੇਸ਼ ਦੇ ਵਿੱਚੋਂ ਪਰਮੇਸ਼ਰ ਹੀ ਹੈ ਜਿਹੜਾ ਤੁਹਾਨੂੰ ਲੈ ਕੇ ਆਇਆ ਹੈ। ਉਹ ਤੁਹਾਡੇ ਅੱਗੇ ਅੱਗੇ ਚੱਲਦਾ ਸੀ ਤੇ ਇੱਥੇ ਤਾਂ ਮੇਰਾ ਸਫ਼ਰ ਖਤਮ ਹੁੰਦਾ ਹੈ, ਲੇਕਿਨ ਪਰਮੇਸ਼ਰ ਦਾ ਸਫ਼ਰ ਹਜੇ ਵੀ ਤੁਹਾਡੇ ਨਾਲ ਚਾਲੂ ਹੈ ਅਤੇ ਉਹ ਅੱਗੇ ਅੱਗੇ ਤੁਹਾਨੂੰ ਲੈ ਕੇ ਜਾਵੇਗਾ। ਤੇ ਉਹ ਕਹਿੰਦਾ ਹੈ ਪਰਮੇਸ਼ਰ ਤੁਹਾਡੇ ਲਈ ਲੜੇਗਾ। ਉਸਨੇ ਜੋ ਤੁਹਾਡੇ ਅੱਖਾਂ ਸਾਹਮਣੇ ਮਿਸਰ ਦੇ ਵਿੱਚ ਕੀਤਾ ਸੀ, ਉਹ ਇੱਥੇ ਵੀ ਕਰਨ ਵਾਲਾ ਪਰਮੇਸ਼ਰ ਹੈ। ਕਿਉਂਕਿ ਅੱਗੇ ਦੀ ਹੁਣ ਬਾਉਂਡਰੀ ਦੇ ਵਿੱਚ ਜਿੱਥੇ ਉਹ ਜਾ ਰਹੇ ਨੇ, ਕਾਫੀ ਲੜਾਈਆਂ ਹੋਣੀਆਂ ਨੇ, ਕਾਫੀ ਗੱਲਾਂ ਹੋਣੀਆਂ ਨੇ, ਕਾਫੀ ਦੁਸ਼ਮਣ ਦਾ ਸਾਹਮਣਾ ਕਰਨਾ ਹੈ, ਕਾਫੀ ਗੱਲਾਂ ਕਰਨੇ ਸੀਗੇ। ਇਸ ਕਰਕੇ ਪਰਮੇਸ਼ਰ ਦੇ ਦਾਸ ਮੂਸਾ ਨੇ ਕਿਹਾ ਕਿ ਤੁਸੀਂ ਡਰਨਾ ਨਹੀਂ, ਤੁਸੀਂ ਘਬਰਾਉਣਾ ਨਹੀਂ, ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖੋ, ਪਰਮੇਸ਼ਰ ਤੁਹਾਡੀ ਸਹਾਇਤਾ ਕਰੇਗਾ। ਅੱਜ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਵੀ ਦੇਖਦੇ ਹਾਂ, ਜਦੋਂ ਅਸੀਂ ਇਸ ਮਸੀਹ ਦੇ ਵਿੱਚ ਆਉਣ ਤੋਂ ਬਾਅਦ, ਪਰਮੇਸ਼ਰ ਦੇ ਵਿੱਚ ਆਉਣ ਤੋਂ ਬਾਅਦ, ਜਦੋਂ ਅਸੀਂ ਪਾਪ ਦੇ ਵਿੱਚੋਂ ਨਿਕਲ ਕੇ ਆ ਚੁੱਕੇ ਹਾਂ ਤੇ ਅਸੀਂ ਕਾਫੀ ਲੜਾਈਆਂ ਲੜ ਚੁੱਕੇ ਹਾਂ, ਲੇਕਿਨ ਫਿਰ ਵੀ ਕਈ ਵਾਰ ਸਾਡੇ ਜੀਵਨ ਦੇ ਵਿੱਚ ਇਸ ਪ੍ਰਕਾਰ ਦੀ ਬਿਮਾਰੀ, ਇਸ ਪ੍ਰਕਾਰ ਦੇ ਰੋਗ, ਇਸ ਪ੍ਰਕਾਰ ਦੇ ਦੁੱਖ, ਇਸ ਪ੍ਰਕਾਰ ਦੇ ਪ੍ਰੋਬਲਮਸ ਆਉਂਦੀਆਂ ਨੇ। ਅਸੀਂ ਸੋਚਦੇ ਹਾਂ ਕਿ ਹੁਣ ਮੈਨੂੰ ਅੱਗੇ ਲੀਡ ਕੌਣ ਕਰੇਗਾ, ਹੁਣ ਅੱਗੇ ਮੈਂ ਸਫ਼ਰ ਕਿਵੇਂ ਤੈਅ ਕਰਾਂਗਾ। ਲੇਕਿਨ ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਪਰਮੇਸ਼ਰ ਯਹੋਵਾ ਤੁਹਾਡੇ ਨਾਲ ਹੈ, ਉਹ ਤੁਹਾਨੂੰ ਲੀਡ ਕਰੇਗਾ ਤੇ ਉਹ ਤੁਹਾਨੂੰ ਅੱਗੇ ਅੱਗੇ ਭੇਜੇਗਾ। ਇਸ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ।